ਜੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਸਕਦਾ ਹੈ ਤੇ ਛੋਟੇ ਬੰਦੇ ਨੂੰ ਕਹਿਣ ਦਾ ਕੀ? वो आप कुर्सियां डाह की तरह से साढ़े भेड़ चल पई अगलियां कुर्सियां ते मैं बहना। सत श्री अकाल दोस्तों, प्रोग्राम अखबारी साथ में तुहाडा बहुत बहुत स्वागत है। अज 14 अगस्त 2020 ਤੇ ਬਠਿੰਡੇ ਦਾ ਜੋਗਰਸ ਪਾਰਕ ਦੇ ਵਿੱਚ ਕੰਟੀਨ ਦੇ ਵਿੱਚ ਕੋਲ ਬੈਠੇ ਸਾਡੇ ਭਰਾ ਜੋਗਰ ਪਾਰਕ ਦੇ ਵਿੱਚ ਆਉਂਦੇ ਨੇ। ਉਹੀ ਗੱਲ, ਸਵੇਰੇ ਸੈਰ ਵੀ ਹੁੰਦੀ ਹੈ, ਸਾਈਕਲਿੰਗ ਵੀ ਹੁੰਦੀ ਹੈ, ਜੋਗਿੰਗ ਸਾਰੀ, ਉਸ ਤੋਂ ਬਾਅਦ ਐਕਸਰਸਾਈਜ਼ ਤੇ ਫਿਰ ਬਹਿ ਕੇ ਚਾਹ ਦੀਆਂ ਚੁਸਕੀਆਂ ਤੇ ਗੱਲਾਂ ਬਾਤਾਂ। ਇਹ ਜ਼ਰੂਰੀ ਹੈ ਕਿਉਂਕਿ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ, ਸਾਨੂੰ ਕੁਝ ਸੇਧ ਮਿਲਦੀ ਹੈ। ਇਸ ਕਰਕੇ ਆਪਣੀ ਵੀ ਕੋਸ਼ਿਸ਼ ਇਹ ਹੁੰਦੀ ਹੈ कि क्यों ना इन्हां एक्सपीरियंसिस का लाहा लिया जाए, इन्हां तो कुछ सीखा जाए, इन्हां दे एक्सपीरियंसिस तो कोई ना कोई लाहा लिया जाए। तो आप आने आके आप इन्हां नाल गलबात करते हैं। तो सब तो पहला ये हुंदा तारुफ, इंट्रोडक्शन। सत श्री अकाल जी, गुरविंदर शर्मा। हाँ जी, सत श्री अकाल जी, राम सिंह महल। नील गर्ग जी। अरुण गुप्ता। राजेश कुमार। जसवंत कौशिक। जसवंत कौशिक। तो साडे कुलबीर हुणे थोड़ा जिहा कहंदे ने भी सैर करन दे विच लेट हो गए सी, तो आ गए। बहुत बहुत स्वागत है कुलबीर सिंह भाई, सत श्री अकाल। सत श्री अकाल। कुछ भरा साडे इहदे च पुराने ने ते कुछ नवे ने। अज नील गर्ग होनी साडे च आए ने, चंगी गल है, स्वागत है इन्हां दा। चंगे काम करदे ने। लोग उदों याद करदे जदों तुसीं लोकां दे हित दी गल करदे हो। लोग उदों भी याद करते हैं जदों लोगों को लारे ला के ते फिर तुसीं उन्हां दे काम नहीं करते। दोनों गल्लां 'च बहुत फर्क हुंदी दोनों वेले 'च बंदा याद है, पर जे चंगे काम करते हैं तो बंदा बड़े प्यार नाल, सत्कार नाल, मान नाल बड़ी देर तक याद रखता। तो जदों माड़े काम करते हैं तो उदों ज़्यादा देर तक याद रखता, नाल गालां कढ़दा। पर चलो साडे समाज दे विच बहुत कुछ विचर रहा। नील जी, पहलां तुहानूं ही पुछदा, तुसीं ये सारियां खबरां पढ़ते होवोगे क्योंकि थोड़ा पॉलिटिक्स नाल जुड़े हुए हो। किहड़ी खबर है जिहदे ते तुहानूं लगदा यार भी अज आपां चर्चा करनी है? देखो ना, किसी टाइम ते पढ़िया सी, अवतार पाश ने लिखिया सी कि मैं खेतां दा पुੱਤ हो के तुहाडे चगले होए स्वादां दी गल करांगा, ये आस मेरे तो ना करियो। पर कल इस दा बिल्कुल उल्ट होया ਜਦੋਂ ਪੰਜਾਬ ਦੇ ਮੁਨਟੇਕ ਸਿੰਘ ਆਲੋਵਾਲੀਆ, ਜਿਨ੍ਹਾਂ ਦੀ ਕਿ ਪੰਜਾਬ ਸਰਕਾਰ ਨੇ ਡਿਊਟੀ ਲਾਈ ਸੀ ਇੱਕ ਕਮੇਟੀ ਬਣਾ ਕੇ, ਉਹ ਕਮੇਟੀ ਬਣਾਈ ਸੀ ਕਿ ਹੁਣ ਕਰੋਨਾ ਕਾਲ ਹੈਗਾ, ਪੂਰਾ ਅਰਥ ਜਿਹੜਾ ਵਿਵਸਥਾ ਹੈਗੀ ਹੈ ਤਹਿਸ ਨਹਿਸ ਹੋ ਗਈ ਹੈ, ਇਕੱਲੇ ਪੰਜਾਬ ਦੀ ਨਹੀਂ, ਹਿੰਦੁਸਤਾਨ ਦੀ ਨਹੀਂ, ਪੂਰੀ ਦੁਨੀਆ ਦੀ ਹੋ ਗਈ ਹੈ। ਵੀ ਪੰਜਾਬ ਦੀ ਅਰਥ ਵਿਵਸਥਾ ਨੂੰ ਕਿਸ ਤਰੀਕੇ ਨਾਲ ਖੜਾ ਕੀਤਾ ਜਾਵੇ, ਇਸੇ ਵਾਸਤੇ ਉਹਨਾਂ ਦੀ ਕਮੇਟੀ ਬਣਾਈ ਸੀ। ਪਰ ਜਿਹੜੀ ਰਿਪੋਰਟ ਕੱਲ ਉਹਨਾਂ ਦੀ ਆਈ ਹੈ ਤੇ ਉਹ ਮੈਨੂੰ ਲੱਗਦਾ ਵੀ ਹਰ ਪੰਜਾਬੀ ਖਾਸ ਕਰਕੇ ਜਿਹੜਾ ਉਹ ਸ਼ਰਮਸ਼ਾਰ ਹੋ ਜਾਂਦਾ, ਕਿਉਂਕਿ ਉਹ ਉਹਨਾਂ ਨੂੰ ਮਕਸਦ ਦਿੱਤਾ ਗਿਆ ਸੀ, ਕੰਮ ਦਿੱਤਾ ਗਿਆ ਸੀ ਪੰਜਾਬ ਨੂੰ ਖੜਾ ਕਿੱਦਾਂ ਕਰੀਏ। ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਹੈ ਇਹ ਤਾਂ ਜਾਣੀ ਕਿ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਦੱਸ ਦੂਗਾ ਕਿ ਜਿਹੜਾ ਪੰਜਾਬ ਹੈਗਾ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰ ਰਹੇ ਹੋ, ਜਿਸ ਤਰੀਕੇ ਨਾਲ ਦੀ ਤੁਸੀਂ ਰਿਪੋਰਟ ਦੇ ਰਹੇ ਹੋ, ਐਡੇ ਵੱਡੇ ਅਰਥ ਸ਼ਾਸਤਰੀ ਹੋ, ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਬਹੁਤ ਵਧੀਆ ਰਿਪੋਰਟ ਦਿਓਗੇ। ਤੁਸੀਂ ਤੇ ਪੰਜਾਬ ਦੇ ਕਿਸਾਨ ਦਾ, ਪੰਜਾਬ ਦੇ ਆਮ ਲੋਕਾਂ ਦਾ, ਪੰਜਾਬ ਦੇ ਵਪਾਰੀਆਂ ਦਾ, ਗੱਲ ਕੀ ਹਰ ਪੰਜਾਬੀ ਦਾ ਗਲਾ ਘੁੱਟਣ ਤੇ ਲੱਗੇ ਹੋਏ ਆ ਔਰ ਚੰਦ ਇੰਡਸਟਰੀਲਿਸਟ ਨੂੰ ਫਾਇਦਾ ਦੇਣ ਵਾਸਤੇ। ਉਹ ਰਿਪੋਰਟ ਇੱਕ ਚੀਜ਼ ਹੋਰ ਸਭ ਤੋਂ ਵੱਡੀ ਕੰਟਰਾਡਿਕਸ਼ਨ ਹੈਗੀ ਹੈ ਕਿ ਅਸੀਂ ਜਾਣਦੇ ਹਾਂ ਜਿਹੜੀ ਐਜੂਕੇਸ਼ਨ ਹੈ ਉਹ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਕਿਸੇ ਵੀ ਸਮਾਜ ਵਾਸਤੇ। ਐਜੂਕੇਸ਼ਨ ਦੀ ਰਿਪੋਰਟ ਗੱਲ ਹੀ ਨਹੀਂ ਕਰਦੀ। ਔਰ ਇਹ ਰਿਪੋਰਟ ਕੀ ਕਹਿ ਰਹੀ ਹੈ ਕਿ ਜਿੰਨੇ ਵੀ ਸਰਕਾਰੀ ਥਰਮਲ ਪਲਾਂਟ ਨੇ ਉਹ ਬੰਦ ਕਰ ਦਿਓ। ਬਠਿੰਡੇ ਦਾ ਤੇ ਬੰਦ ਹੋ ਗਿਆ, ਉਹਨੂੰ ਰੋਪੜ ਦੇ ਬੰਦ ਕਰਨ ਦੀ ਵੀ ਵਕਾਲਤ ਕਰ ਰਹੇ ਆ, ਲਹਿਰੇ ਮੁਹੱਬਤ ਵਾਲਾ ਵੀ ਬੰਦ ਕਰਨ ਦੀ ਵਕਾਲਤ ਕਰ ਰਹੇ ਆ। ਅਸੀਂ ਸਾਰੇ ਜਾਣਦੇ ਕਿ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਕਿਉਂ ਹੈ, ਕਿਉਂਕਿ ਸਾਡੀ ਡਿਪੈਂਡੈਂਸੀ ਪ੍ਰਾਈਵੇਟ ਥਰਮਲ ਪਲਾਂਟਾਂ 'ਤੇ ਹੋ ਗਈ ਹੈ। ਤੇ ਉਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੂਗੀ, ਉਹਦਾ ਨੁਕਸਾਨ ਪੰਜਾਬੀਆਂ ਨੂੰ ਹੋਣਾ ਹੈ। ਔਰ ਸਾਰਿਆਂ ਤੋਂ ਵੱਡੀ ਗੱਲ ਹੈ ਜਿਹੜੀ ਸਰਕਾਰ ਨੇ ਇਸ ਨੂੰ ਬਣਾਇਆ, ਜੇਕਰ ਉਹਨਾਂ ਦਾ ਚੋਣ ਮੈਨੀਫੈਸਟੋ ਰੱਖ ਲਈਏ ਤੇ ਦੂਜੇ ਪਾਸੇ ਮੁਨਟੇਕ ਸਿੰਘ ਆਲੂਵਾਲੀ ਦੀ ਰਿਪੋਰਟ ਰੱਖ ਲਈਏ, ਦੋਨੇ ਆਪਸ ਦੇ ਵਿੱਚ ਕੰਟਰਾਡਿਕਟਰੀ ਹੈਗੇ ਆ। ਉਹ ਗੱਲ ਕਰਦੇ ਨੇ ਘਰ ਘਰ ਨੌਕਰੀਆਂ ਦੇਣ ਦੀ, ਇਹ ਗੱਲ ਕਰਦੇ ਨੌਕਰੀਆਂ ਲੈਣ ਦੀ। ਉਹ ਗੱਲ ਕਰਦੇ ਹੈ
ਹੈਗੇ ਆ ਥਰਮਲ ਪਲਾਂਟ ਦੇ ਰਿਵਿਊ ਕਰਨ ਦੀ, ਇਹ ਗੱਲ ਕਰਦੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ। ਔਰ ਇੱਕ ਹੋਰ ਜਿਹੜਾ ਵਿਸ਼ਾ ਜਿਹੜਾ ਉਹ ਵੀ ਇਸ ਰਿਪੋਰਟ ਦੇ ਨਾਲ ਹੀ ਜਾਣੀ ਕਿ ਜੁੜਿਆ ਹੋਇਆ, ਅਸੀਂ ਬੜਾ ਵੇਖਿਆ ਕਿ ਕਿਸਾਨਾਂ ਨੇ ਇੱਥੇ ਕਿਸ ਤਰੀਕੇ ਨਾਲ ਟਰੈਕਟਰ ਲੈ ਕੇ ਪੂਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ, ਖਾਸ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਸੰਘਰਸ਼ਸ਼ੀਲ ਹੈਗਾ, ਕਿਉਂਕਿ ਜਿਹੜੇ ਉਹ ਆ ਰਹੇ ਨਾ ਆਰਡੀਨੈਂਸ ਜਿਹੜੀ ਕੇਂਦਰ ਸਰਕਾਰ ਨੇ ਪਾਸ ਕੀਤੀ ਹੈ, ਉਹਦੇ 'ਚ ਹਾਲਾਂਕਿ ਅਕਾਲੀ ਦਲ ਵੀ ਭਾਈਵਾਲ ਉਨਾ ਹੀ ਹੈਗਾ, ਉਹ ਜਿਹੜੇ ਆਰਡੀਨੈਂਸ ਹੈਗੇ ਉਹਨਾਂ ਨੇ ਇਕੱਲੇ ਕਿਸਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਉਹ ਅਸੀਂ ਜੇਕਰ ਇਹ ਸੋਚਦੇ ਹਾਂ ਮੈਨੂੰ ਕੀ ਫਰਕ ਪੈਂਦਾ, ਫਰਕ ਤੇ ਮੈਨੂੰ ਹੀ ਪੈਂਦਾ, ਕਿਉਂਕਿ ਉਹਦੇ ਵਿੱਚ ਇੱਕ ਆਰਡੀਨੈਂਸ ਹੈਗਾ ਜ਼ਰੂਰੀ ਵਸਤਾਂ ਦਾ ਜਿਹੜਾ ਹੈਗਾ 1955 ਦਾ ਐਕਟ ਜਿਹੜਾ ਉਹਨੂੰ ਚੇਂਜ ਕੀਤਾ ਹੈਗਾ। ਉਹ ਕੀ ਕਹਿੰਦਾ, ਜਮਾਖੋਰੀ ਕਰਨ ਨੂੰ ਜਿਹੜੀ ਹਮਾਇਤ ਕਰਦਾ ਹੈਗਾ ਕਿ ਮੰਨ ਲਓ ਅੱਜ ਜੋ ਅਸੀਂ ਅਕਸਰ ਦੇਖਦੇ ਹਾਂ ਗੰਢਿਆਂ ਬਾਰੇ ਤਾਂ ਅਸੀਂ ਅਕਸਰ ਸੁਣਦੇ ਹਾਂ, ਜਦੋਂ ਦੀ ਸ਼ਾਰਟੇਜ ਹੋ ਜਾਂਦੀ ਹੈ ਗੰਢੇ 100 ਰੁਪਏ ਯਾਨੀ ਕਿ 80 ਰੁਪਏ ਕਿਲੋ ਹੁੰਦੇ ਆ। ਇਹ ਉਦੋਂ ਨੇ ਜਦੋਂ ਕਿ ਤੁਸੀਂ ਜ਼ਰੂਰੀ ਵਸਤਾਂ ਦਾ ਇੱਕ ਲੋੜ ਤੋਂ ਹੱਦ ਤੋਂ ਵੱਧ ਜਿਹੜਾ ਭੰਡਾਰਨ ਨਹੀਂ ਕਰ ਸਕਦੇ। ਹੁਣ ਮੋਦੀ ਸਰਕਾਰ ਨੇ ਕੀ ਕੀਤਾ ਹੈਗਾ, ਉਹ ਐਕਟ ਯਾਨੀ ਕਿ ਡਿਮੋਲਿਸ਼ ਕਰਤਾ। ਹੁਣ ਤੇ ਤੁਸੀਂ ਜਿੰਨਾ ਚਾਹੋ ਉਹਨਾਂ ਜਿਹੜਾ ਹੈਗਾ ਭੰਡਾਰ ਕਰਕੇ ਰੱਖ ਸਕਦੇ ਹੋ, ਤੇ ਉਸ ਟਾਈਮ ਤੇ ਜਿਹੜਾ ਕੰਜ਼ਿਊਮਰ ਹੈ, ਜਿਹੜਾ ਆਮ ਬੰਦਾ ਹੈਗਾ, ਉਹਦੀ ਕੀ ਹਾਲਾਤ ਹੋਏਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਪਤਾ ਕੀ ਹੈ, ਬਿਲਕੁਲ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਇਹ ਪ੍ਰੋਬਲਮ ਹੀ ਕੀ ਹੈ, ਤੁਸੀਂ ਜਿਹੜੀ ਗੱਲ ਕੀਤੀ ਵੀ ਉਹਨਾਂ ਦਾ ਜਿਹੜਾ ਮੈਨੀਫੈਸਟੋ ਹੁੰਦਾ, ਮੈਨੀਫੈਸਟੋ ਵਾਲੀਆਂ ਗੱਲਾਂ ਤੁਸੀਂ ਮੈਨੂੰ ਅੱਜ ਤੱਕ ਦੱਸ ਦਿਓ ਕਿਹੜੀ ਸਰਕਾਰ ਨੇ ਪੂਰੀਆਂ ਕੀਤੀਆਂ। ਸਰਕਾਰ ਨੂੰ ਛੱਡੋ ਯਾਰ, ਤੁਸੀਂ ਇੱਕ ਸ਼ਹਿਰ ਦੇ MC ਦਾ ਹੀ ਲਾ ਲਓ, MC ਵੀ ਬੜੇ ਵੱਡੇ ਵਾਅਦੇ ਕਰਦੇ ਹੁੰਦੇ ਨੇ। ਉਹ ਵੀ ਇਹ ਕਹਿੰਦਾ ਵੀ ਲੈ ਜੀ ਮੈਨੂੰ ਤੁਸੀਂ ਵੋਟਾਂ ਪਾਓ, ਮੈਂ ਤੁਹਾਡਾ ਭਰਾ ਤੁਹਾਡੇ ਮੁਹੱਲੇ ਦਾ ਯਾਰ ਤੁਹਾਡੇ ਨਾਲ ਖੇਡਿਆ, ਤੇ ਉਹ ਵੀ ਉਹ ਜਿਹੜੀਆਂ ਗੱਲਾਂ ਪੂਰੀਆਂ ਨਹੀਂ ਕਰਦੇ। ਇਹ ਸਰਕਾਰਾਂ ਜੋ ਮੈਨੂੰ ਇਹ ਲੱਗਦਾ ਰਾਮ ਸਿੰਘ ਜੀ ਕਿ ਸਰਕਾਰਾਂ ਜਿਹੜੀਆਂ ਇਹ ਬਣਦੀਆਂ ਨੇ, ਇਹ ਸਿਰਫ ਤੇ ਸਿਰਫ ਆਪਣੇ ਬੰਦਿਆਂ ਨੂੰ ਫਾਇਦਾ ਦੇਣ ਦੇ ਲਈ ਬਣਦੀਆਂ। ਬਾਕੀ ਤਾਂ ਇਹਨਾਂ ਨੂੰ ਇਹ ਲੱਗਦਾ ਵੀ ਛੱਡ ਯਾਰ ਆਪਾਂ ਕੀ ਲੈਣਾ। ਆ ਜਿਹੜੇ ਚੁਣਿੰਦਾ ਲੋਕ ਆ, ਅਸੀਂ ਇੱਦਾਂ ਦੇ ਰੂਲਸ ਬਣਾਏ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਯਾਰ ਜਿੰਨਾ ਮਰਜ਼ੀ ਤੁਸੀਂ ਹੁਣ ਸਟਾਕ ਕਰ ਸਕਦੇ ਹੋ, ਉਹਦੇ ਨਾਲ ਨੋ ਡਾਊਟ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ, ਸਾਨੂੰ ਹੀ ਨੁਕਸਾਨ ਹੈ, ਇਹਨਾਂ ਨੂੰ ਕੀ ਨੁਕਸਾਨ ਹੈ। ਬਿਲਕੁਲ ਸਹੀ ਕਹੇ ਜੀ, ਗਰਗ ਸਾਹਿਬ ਦੀ ਗੱਲ ਬਹੁਤ ਵਧੀਆ ਇਹਨਾਂ ਦੀ ਅੱਜ ਜਿਹੜੀ ਰਿਪੋਰਟ ਬਾਰੇ ਗੱਲ ਕਰ ਰਿਹਾ। ਮੈਂ ਸਾਰੀਆਂ ਸਰਕਾਰਾਂ ਨੂੰ ਜੋ ਵੀ ਆਉਂਦੀਆਂ, ਭਾਵੇਂ ਅਕਾਲੀ ਹੈ ਕਾਂਗਰਸੀ ਹੈ, ਜੋ ਵੀ ਆਉਂਦੀਆਂ, ਇੱਕ ਪੁਰਾਣਾ ਗੀਤ ਹੈ, ਕਹਿੰਦਾ ਝੂਠਾ ਲਾਈਏ ਨਾ ਕਿਸੇ ਨੂੰ ਲਾਰਾ, ਤੋੜ ਕੇ ਜਵਾਬ ਦੇ ਦਈਏ। ਵੀ ਪਹਿਲਾਂ ਜਿਹੜੇ ਝੂਠੇ ਲਾਰੇ ਲਾ ਕੇ ਵਾਅਦੇ ਕਰਕੇ ਗਰੀਬ ਜਾਂ ਆਮ ਜਨਤਾ ਨੂੰ ਭਰਮਾ ਕੇ ਆਪਾਂ ਵੋਟਾਂ ਲੈ ਲੈਂਦੇ, ਮੁੜ ਕੇ ਉਹ ਪਹਿਲੀ ਗੱਲ ਤਾਂ ਪੂਰੇ ਨਹੀਂ ਹੋਣ ਵਾਲੇ ਹੁੰਦੇ ਜੀ, ਕਿਉਂਕਿ ਇਹੋ ਜਿਹੇ ਲਾਰੇ ਲੋਕ ਲੁਭਾਉਣੇ ਨਾਲ ਕਿਸੇ ਨੂੰ ਵੀ ਨਹੀਂ ਲਾਉਣੇ ਚਾਹੀਦੇ, ਕਿਸੇ ਪਾਰਟੀ ਨੂੰ ਵੀ। ਜਿਹੇ ਜੀ ਆਪਣੇ ਸਟੇਟ ਦੀ ਆਰਥਿਕ ਸਮੱਸਿਆ ਉਹਦੇ 'ਤੇ ਗੱਲ ਕਰਨੀ ਚਾਹੀਦੀ ਹੈ ਵੀ ਆਪਾਂ ਇਹਨੂੰ ਕਿਵੇਂ ਸੁਧਾਰਨਾ ਹੈ, ਐਜੂਕੇਸ਼ਨ ਨੂੰ ਕਿਵੇਂ ਸੁਧਾਰਿਆ ਜਾਵੇ, ਤੇ ਸਾਰੇ ਸਿਹਤ ਬਾਰੇ ਵੀ ਰੱਖਣਾ ਚਾਹੀਦਾ। ਸਾਰੀਆਂ ਸਹੂਲਤਾਂ ਵਿੱਚ ਉਵੇਂ ਰੱਖਣੀਆਂ ਚਾਹੀਦੀਆਂ, ਲਿਮਟਿਡ ਹੋਣੀਆਂ ਚਾਹੀਦੀਆਂ। ਜਿਵੇਂ ਨਸ਼ੇ ਦੀ ਗੱਲ ਕਰਕੇ ਹੁਣ ਆਪਣਾ ਪੰਜਾਬ ਦਾ ਸਰਕਾਰ ਆਪ ਖੁਦ ਹੀ ਫਸ ਗਈ, 4 ਹਫ਼ਤਿਆਂ 'ਚ ਕੀ 4 ਸਾਲਾਂ 'ਚ ਵੀ ਖਤਮ ਨਹੀਂ ਹੋਈ। ਤੇ ਇਹ ਹੁਣ ਸਾਰਿਆਂ ਨੂੰ ਦਿਖਦਾ ਹੈ ਗਾਂ ਨੂੰ ਕਿਹੜੇ ਹੁਣ ਨਾਅਰੇ ਤੇ ਕਿਹੜੀਆਂ ਸੌਹਾਂ ਖਾ ਕੇ ਹੁਣ ਗੁਟਕਾ ਸਾਹਿਬ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਚੱਕ ਕੇ ਸਹੁੰ ਖਾਣਗੇ ਕੀ ਖਾਣਗੇ। ਹਾਲਾਂਕਿ ਮੈਂ ਉਸੇ ਪਾਰਟੀ ਨੂੰ ਬਿਲੋਂਗ ਕਰਦਾ, ਪਰ ਉਸ ਗੱਲਾਂ ਦੀ ਸਾਨੂੰ ਵੀ ਨਮੋਸੀ ਝੱਲਣੀ ਪੈਂਦੀ ਹੈ ਵੀ ਇੱਕ ਐਡੇ ਵੱਡੇ ਅਹੁਦਿਆਂ 'ਤੇ ਹੋ ਕੇ ਇਹੋ ਜਿਹੀਆਂ ਸੌਹਾਂ ਨਹੀਂ ਖਾਣੀਆਂ ਚਾਹੀਦੀਆਂ। ਉਨੀ ਕੀ ਗੱਲ ਕਰੋ ਜਿੰਨੀ ਕੁ ਆਪਾਂ ਪੁੱਗ ਸਕਦੇ ਹਾਂ। ਬਿਲਕੁਲ ਇਹ ਉਹੀ ਗੱਲਾਂ ਹੁੰਦੀਆਂ ਨੇ, ਜਿਵੇਂ ਇੱਕ ਆਮ ਬੰਦੇ ਨੂੰ ਕਿਹਾ ਜਾਂਦਾ ਵੀ ਉਹ ਹਨੇਰੇ ਦੇ ਵਿੱਚ ਲਾਈਟ ਹੈ, ਤੇ ਤੂੰ ਜਦੋਂ ਉਸ ਲਾਈਟ ਨੂੰ ਫੜ ਲੇਗਾ ਤਾਂ ਮੈਂ ਤੇਰੀ ਇਹ ਗੱਲ ਜਿਹੜੀ ਨਾ ਉਹ ਪੂਰੀ ਕਰ ਦੂੰਗਾ। ਹੁੰਦਾ ਕੀ ਹੈ, ਉਹ ਲਾਈਟ ਜਿਹੜੀ ਹੁੰਦੀ ਕਿਸੇ ਵਹੀਕਲ ਦੀ ਹੁੰਦੀ, ਤਾਂ ਵਹੀਕਲ ਹੌਲੀ ਚੱਲਦਾ ਜਾਂਦਾ, ਤੇ ਬੰਦਾ ਉਹਦੇ ਮਗਰ ਇਹਨਾਂ ਗੱਲਾਂ ਦੇ ਵੀ ਮੈਂ ਹੁਣੇ ਲਾਈਟ ਫੜ ਲਈ, ਤੇ ਉਹ ਅਗਾਂਹ ਦੀ ਅਗਾਂਹ ਹੁੰਦੀ ਜਾਂਦੀ। ਕੁਲਵੀਰ ਵੀਰ ਜੀ, ਬਾਬੂ ਜੀ ਨੇ ਗੱਲ ਬਿਲਕੁਲ ਸਹੀ ਕਹੀ। ਮੈਨੂੰ ਐ ਨਹੀਂ ਸਮਝ ਆਉਂਦੀ ਵੀ ਖਜ਼ਾਨਾ ਖਾਲੀ ਕਿਵੇਂ ਹੁੰਦਾ ਹੈ। ਲੋਕਾਂ ਨੂੰ ਤਾਂ ਕੁਝ ਉਹਦੇ ਵਿੱਚੋਂ ਦਿੱਤਾ ਨਹੀਂ ਜਾਂਦਾ, ਲੋਕਾਂ ਤੋਂ ਤਾਂ ਟੈਕਸ ਹਰ ਬੰਦਾ ਤੀਲੀ ਮੱਚਸ ਤੇ ਵੀ ਟੈਕਸ ਦਿੰਦਾ ਹੈ। ਫਿਰ ਕਹਿੰਦੇ ਖਜ਼ਾਨਾ ਖਾਲੀ ਹੈ, ਫਿਰ 100-200 ਰੁਪਇਆ ਲੈਂਦਾ ਬੰਦਾ ਮੰਤਰੀ, ਉਹਨੂੰ ਤਾਂ ਫੜ ਲੈਂਦਾ ਵੀ ਤੂੰ ਰਿਸ਼ਵਤ ਲਈ ਹੈ। ਜਿਹੜੇ ਖਜ਼ਾਨਾ ਖਾਲੀ ਕਰਕੇ ਉਹਨਾਂ ਦੇ ਕੋਈ ਐਕਸ਼ਨ ਨਹੀਂ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਵੀ ਤੁਹਾਡਾ ਪੈਸਾ ਗਿਆ ਕਿੱਧਰ। ਹੁਣ ਕੀ ਹੋਇਆ ਲਾਸਟ ਤੇ, ਹੁਣ ਸਾਰੀਆਂ ਲੋਕਾਂ ਦੇ ਅਸਰ ਇਹ ਪੈਂਦਾ ਵੀ ਸਾਡੀਆਂ ਪੋਸਟਾਂ ਸਾਰੀਆਂ ਵਾਲਿਸ਼ ਕਰਤੀਆਂ। ਬਿਜਲੀ ਬੋਰਡ 3500 ਪੋਸਟ ਵਾਲਿਸ਼ ਕਰਨ ਜਾ ਰਿਹਾ ਹੈ, ਔਰ ਸਾਡੀਆਂ ਜਿੰਨਾ ਸਰਕਾਰੀ ਜਾਇਦਾਦਾਂ ਸੀ ਸਾਰੀਆਂ ਵੇਚਣ 'ਤੇ ਲਾਈਆਂ ਹੋਈਆਂ ਇਹਨਾਂ ਨੇ। ਜੇ ਐਂ ਵੇਚ ਕੇ ਕਿੰਨਾ ਚਿਰ ਚੱਲੂ, ਹੌਲੀ ਸਾਡੇ ਘਰਾਂ ਤੱਕ ਪਹੁੰਚਣਗੇ ਵੀ ਜਿਹੜਾ ਘਰ ਖਾਲੀ ਪਿਆ ਉਹਨੂੰ ਵੀ ਵੇਚ ਦਿਓ। ਐਂ ਸਰਕਾਰਾਂ ਕਿਵੇਂ ਚੱਲਣਗੀਆਂ ਮਹਾਰਾਜ ਜੀ? ਐਂ ਸਰਕਾਰਾਂ ਕਿਸ ਤਰ੍ਹਾਂ ਚੱਲਣਗੀਆਂ ਮਹਾਰਾਜ ਜੀ? ਇਹੀ ਸਮਝਣ ਦੀ ਲੋੜ ਹੈ। ਉਹੀ ਗੱਲ ਹੈ ਕਿ ਅਸੀਂ ਸਰਕਾਰਾਂ ਜਿਹੜੀਆਂ ਚੁਣ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਉਸ ਵੇਲੇ ਕੋਈ ਆਪਸ਼ਨ ਨਹੀਂ ਹੁੰਦਾ। ਨਾਲੇ ਜੇ ਹੁਣ 2 ਬੰਦੇ ਨੇ ਤੇ ਦੋਨਾਂ 'ਚੋਂ ਇੱਕ ਨੂੰ ਚੁਣਨਾ, ਤੇ ਆਮ ਤੌਰ 'ਤੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਯਾਰ ਇਹ ਰਲੇ ਹੋਏ ਹੁੰਦੇ ਨੇ। ਵਧੀਆ ਗੱਲ ਸੀ ਪਿੱਛੇ ਜੇ ਆਮ ਆਦਮੀ ਪਾਰਟੀ ਤੀਜਾ ਧਿਰ, ਕੋਈ ਵੀ ਆਮ ਆਦਮੀ ਲਾ ਲਓ ਜਾਂ ਹੋਰ ਪਾਰਟੀਆਂ ਜਿਹੜੀਆਂ ਉਹ ਆ ਰਹੀਆਂ ਸੀ, ਤੇ ਲੋਕਾਂ ਨੂੰ ਥੋੜ੍ਹੀ ਜਿਹੀ ਆਸ ਬੱਝੀ ਸੀ ਚਲੋ ਯਾਰ ਕੋਈ ਇੱਕ ਬੰਦਾ ਆਇਆ ਤੀਜਾ, ਤੇ ਹੋ ਸਕਦਾ ਵੀ ਇਹਨਾਂ ਦੋਨੋਂ ਪਾਰਟੀਆਂ ਨੂੰ ਥੋੜ੍ਹਾ ਜਿਹਾ ਲੱਗੇ ਯਾਰ ਵੀ ਵਾਕਈ ਕੋਈ ਤੀਜਾ ਬੰਦਾ ਵੀ ਹੁਣ ਮੈਦਾਨ 'ਚ ਆ ਗਿਆ। ਪਰ ਜਦੋਂ ਗੁਰਵਿੰਦਰ ਇੱਦਾਂ ਹੁੰਦਾ ਹੈ ਨਾ ਵੀ ਫਿਰ ਇਹ ਮੈਨੂੰ ਲੱਗਦਾ ਦੋਨੋਂ ਜਣੇ ਇਕੱਠੇ ਹੋ ਗਏ ਜੀ,
ਤੇ ਤੀਜੇ ਬੰਦੇ ਨੂੰ ਪਾਸੇ ਕਰਤਾ। ਠੀਕ ਹੈ, ਇਹ ਵੀ ਇੱਕ ਪੋਲਿਟਿਕਸ ਦਾ ਹਿੱਸਾ। ਬਿਲਕੁਲ। ਕਿਉਂਕਿ ਨਾ ਇਹ ਕਿਤੇ ਨਾ ਕਿਤੇ ਹੈ ਤਾਂ ਉਹੀ ਘਰਾਣੇ। ਜਦੋਂ ਇੱਕ ਕੋਈ ਵੀ ਪਾਰਟੀ ਜਿਹੜੀ ਹੁਣ ਤੱਕ ਚੱਲਦੀ ਆ ਰਹੀ ਹੈ ਉਹਦੇ 'ਚੋਂ ਕੁਝ ਬੰਦੇ ਇਹਨਾਂ ਦੇ ਆਪ ਦੀ ਇਹਨਾਂ ਨੂੰ ਜਦੋਂ ਐਂ ਜੇ ਲੱਗਦਾ ਕਿ ਯਾਰ ਵੀ ਐਤਕੀ ਲੋਕ ਆਪਣੇ ਖਿਲਾਫ ਨੇ, ਤਾਂ ਉਸੇ ਪਾਰਟੀ ਦੇ ਵਿੱਚੋਂ ਕੁਝ ਬੰਦੇ ਆਪਦੇ ਘਰਾਣੇ ਦੇ ਆਪਦੇ ਪੱਖ ਦੇ ਤੋੜ ਕੇ ਨਵੀਂ ਪਾਰਟੀ ਵਾਲੇ ਪਾਸੇ ਝੁਕਾ ਕਰ ਦਿੱਤਾ ਜਾਂਦਾ, ਤਾਂ ਜੋ ਲੋਕਾਂ ਨੂੰ ਲੱਗੇ ਵੀ ਯਾਰ ਅਸੀਂ ਤਾਂ ਬਦਨਾਮ ਸੀਗੇ, ਇਹ ਸਰਕਾਰ ਤਾਂ ਬਦਨਾਮ ਸੀ, ਆਹ ਨਵੇਂ ਬੰਦੇ ਇੱਧਰੋਂ ਟੁੱਟੇ ਆ, ਇਹ ਬੰਦੇ ਆਪਣਾ ਭਲਾ ਕਰਨਗੇ। ਗਏ ਤਾਂ ਉਸੇ ਸਿਸਟਮ 'ਚੋਂ ਹੈ, ਫਿਤਰਤ ਤਾਂ ਉਹਨਾਂ ਦੀ ਉਹੀ ਹੈ, ਕਰਨਾ ਉਹਨਾਂ ਨੇ ਉਹੀ ਹੈ। ਅਸਲ 'ਚ ਕੀ ਆ ਕਿ ਸਰਕਾਰਾਂ ਸਮਝਦੀਆਂ ਵੀ ਜਿਹੜੇ ਲੋਕ ਨੇ ਇਹ ਭੇਡਾਂ ਹੈ, ਇਹਨਾਂ ਨੂੰ ਚਲਾਉਣ ਵਾਸਤੇ ਇੱਕ ਆਜੜੀ ਚਾਹੀਦਾ। ਉਹ ਆਜੜੀ ਆ ਜਿਹੜਾ ਉਹ ਸਰਕਾਰਾਂ ਬਣ ਜਾਂਦੀਆਂ ਤੇ ਸਰਕਾਰਾਂ ਆਪਦੇ ਮੁਤਾਬਕ ਚਲਾਈ ਜਾਂਦੀਆਂ। ਸਰਕਾਰਾਂ ਨੇ ਕਦੇ ਸਿੱਖਿਆ ਦੇ ਉੱਤੇ, ਸਿਹਤ ਦੇ ਉੱਤੇ ਗੱਲ ਕੀਤੀ। ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਸਿਹਤ ਤੇ ਸਿੱਖਿਆ ਦੀ ਲੋੜ ਹੈ। ਜੇ ਲੋਕ ਸਿੱਖਿਅਕ ਹੋ ਜਾਣਗੇ ਤਾਂ ਜਾਗਰੂਕ ਹੋ ਜਾਣਗੇ, ਜਾਗਰੂਕ ਹੋ ਗਏ ਤਾਂ ਇਹਨਾਂ ਤੋਂ ਹਿਸਾਬ ਮੰਗਣਗੇ। ਸਿੱਖਿਆ ਖਤਮ ਕਰਤੀ, ਸਿਹਤ ਸਹੂਲਤਾਂ ਇੰਨੀਆਂ ਮਹਿੰਗੀਆਂ ਕਰਤੀਆਂ ਕਿ ਲੋਕ ਇਲਾਜ ਕਰਾਉਣ ਦੇ ਚੱਕਰ 'ਚ ਹੀ ਮਰ ਗਏ। ਤੇ ਦੂਜੀ ਗੱਲ ਇਹ ਆ ਕਿ ਲੋਕ ਵੀ ਇਹੋ ਜਿਹੇ ਹੋ ਗਏ ਆ। ਲੋਕ ਅੱਜ ਦੀ ਡੇਟ 'ਚ ਜੇਕਰ ਕੋਈ ਕੈਂਡੀਡੇਟ ਖੜਾ ਹੁੰਦਾ ਹੈ, ਉਹ ਕੈਂਡੀਡੇਟ ਦੀ ਕੈਪੇਬਿਲਿਟੀ ਨਹੀਂ ਦੇਖਦੇ, ਉਹਦਾ ਸਿਸਟਮ ਨਹੀਂ ਦੇਖਦੇ ਵੀ ਉਹ ਕਿੰਨਾ ਕੁ ਪੜ੍ਹਿਆ, ਸਮਾਜ ਪ੍ਰਤੀ ਕਿੰਨਾ ਕੁ ਸਮਰਪਿਤ ਹੈ, ਉਹਦੀਆਂ ਇਦੋਂ ਪਹਿਲਾਂ ਪ੍ਰਾਪਤੀਆਂ ਕੀ ਹੈ। ਲੋਕਾਂ ਨੂੰ ਇਹ ਲੱਗਦਾ ਜੇ ਮੇਰਾ ਪਿਓ ਇੱਕ ਪਾਰਟੀ ਨਾਲ ਜੁੜਿਆ ਸੀ ਤਾਂ ਮੈਂ ਵੀ ਉਸੇ ਪਾਰਟੀ ਨਾਲ ਜੁੜਿਆ, ਮੈਂ ਉਸੇ ਪਾਰਟੀ ਦੀ ਆਰਮੀ ਵਾਂਗੂ ਜੈਸ ਸਾਰੀ ਕਹਿਣਾ। ਮੈਂ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਨਹੀਂ ਬੋਲਦਾ ਕਦੇ ਵੀ, ਕਿਉਂਕਿ ਮੈਂ ਉਸ ਪਾਰਟੀ ਨਾਲ ਜੁੜਿਆ ਮੈਂ, ਮੈਨੂੰ ਆਦਤ ਪੈ ਗਈ ਹੈ ਉਹਨਾਂ ਦੇ ਪੈਰੀਂ ਹੱਥ ਲਾਉਣ ਦੀ, ਉਹਨਾਂ ਤੋਂ ਸਟੇਜ ਦੇ ਉੱਤੇ ਸਨਮਾਨਿਤ ਹੋਣ ਦੀ, ਉਹਨਾਂ ਦੇ ਨਾਲ ਫੋਟੋਆਂ ਸੈਲਫੀਆਂ ਕਰਾਉਣ ਦੀ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਹੈ। ਐਕਚੁਅਲ ਦੇ ਵਿੱਚ ਜਿਹੜੀ ਗੁਰਵਿੰਦਰ ਹੋਰਾਂ ਨੇ ਗੱਲ ਕੀਤੀ ਵੀ ਇਹ ਲੋਕ ਸਾਨੂੰ ਭੇਡਾਂ ਸਮਝਦੇ ਆ, ਤੇ ਇਹਦੇ 'ਚ ਮੇਰੇ ਵੀਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਵੀ ਨਹੀਂ ਵੀ ਵਾਕਈ ਅਸੀਂ ਭੇਡਾਂ ਵਾਂਗੂ ਹੀ ਆ। ਬਹੁਤ ਲੋਕ ਅਸੀਂ ਜਿਹੜੇ ਭੇਡਾਂ ਵਾਂਗੂ ਆ, ਜਿੱਧਰ ਇੱਕ ਜਣਾ ਚੱਲ ਪਿਆ ਤੇ ਚੱਲ ਬਾਕੀ ਬਿਨਾਂ ਦੇਖੇ ਉੱਧਰ ਤੁਰ ਪੈਂਦੇ ਨੇ। ਅਸੀਂ ਦੂਸਰੀ ਗੱਲ ਮੈਂ ਹਮੇਸ਼ਾ ਇਹ ਕਰਦਾ ਹੁੰਦਾ ਵੀ ਅਸੀਂ ਲੋਕ ਸੈਲਫਿਸ਼ ਹੋ ਗਏ। ਅਸੀਂ ਲੋਕ ਪਤਾ ਕੀ ਕਹਿੰਦੇ, ਉਹ ਛੱਡ ਯਾਰ ਆਪਾਂ ਕੀ ਲੈਣਾ, ਆਪਣਾ ਕੰਮ ਹੋ ਗਿਆ, ਬਾਕੀ ਖਸਮਾਂ ਨੂੰ ਖਾਣ। ਇਹ ਸੈਲਫਿਸ਼ਨੈਸ ਸਾਨੂੰ ਕਿੱਧਰਲੇ ਪਾਸੇ ਲੈ ਕੇ ਜਾ ਰਹੀ ਹੈ। ਇਹ ਦੇਖੋ ਜੀ, ਸੈਲਫੀਨੈਸ ਦਾ ਜਿੱਥੇ ਵੀ ਹੋਵੇ ਮਾੜੀ ਹੈ ਗੱਲ ਹੈ। ਹੁਣ ਤੁਸੀਂ ਦੇਖੋ ਰਾਜਸਥਾਨ ਵਿੱਚ, ਤੁਸੀਂ ਦੇਖੋ ਉਹ ਜਿਹੜੇ ਪਾਇਲਟ ਸਾਹਿਬ ਛੱਡ ਕੇ ਦੂਸਰੇ ਪਾਸੇ ਚਲੇ ਗਏ ਸੀ, ਕੱਲ ਤੁਸੀਂ ਫਿਰ ਸੁਣਿਆ ਹੋਊਗਾ ਦੁਬਾਰਾ ਗਲੋਤ ਸਾਹਿਬ ਨਾਲ ਫਿਰ ਜੱਫਾ ਪਾ ਕੇ ਬਹਿ ਗਏ ਹੈਗੇ। ਵੀ ਉਹ ਲੋਕਾਂ ਦਾ ਕੀ ਹੈ, ਜਿਨ੍ਹਾਂ ਨੇ ਚੁਣਿਆ ਹੁੰਦਾ ਉਹਨਾਂ ਵਿਚਾਰਿਆਂ ਦਾ ਕੀ ਹੈ, ਇਹਨਾਂ ਦੇ ਕਿਉਂ ਨਹੀਂ ਇਹਨਾਂ ਦੀ ਰੱਦ ਕੀਤੀ ਜਾਂਦੀ, ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈਗੀ, ਜਾਂ ਕਿਸੇ ਹੋਰ ਤਰੀਕੇ ਨਾਲ ਲੈਣਾ ਚਾਹੀਦਾ ਵੀ ਇਹ 5 ਸਾਲ 10 ਸਾਲ ਲੱਗੇ ਇਲੈਕਸ਼ਨ ਹੀ ਨਾ ਲੜ ਸਕਣ, ਜਿਹੜਾ ਇਸ ਤਰ੍ਹਾਂ ਕਰਦਾ ਹੈਗਾ। ਇੱਕ ਵਿਸ਼ਵਾਸ ਤੇ ਉਹਨਾਂ ਨੂੰ ਜਤਾਇਆ ਜਾਂਦਾ ਹੈਗਾ, ਉਦੋਂ ਬਾਅਦ ਉਹ ਵਿਸ਼ਵਾਸਘਾਤ ਸਾਡੇ ਨਾਲ ਹੀ ਕਰ ਜਾਂਦੇ ਹੈਗੇ। ਇਹ ਵੀ ਗੱਲ ਬਿਲਕੁਲ ਸਹੀ ਵੀ ਜਦੋਂ ਸਾਡੇ ਨਾਲ ਵਿਸ਼ਵਾਸਘਾਤ ਹੁੰਦਾ, ਜਦੋਂ ਇਹ ਕਿਸੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ, ਤਾਂ ਮੇਰੇ ਹਿਸਾਬ ਨਾਲ ਇਹਨਾਂ ਤੋਂ ਨਾ ਇੱਕ ਐਫੀਡੇਵਿਟ ਲੈਣਾ ਚਾਹੀਦਾ ਆ ਜਿਹਦੇ 'ਚ ਲਿਖਿਆ ਹੋਇਆ ਵੀ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਨਾ, ਇਹ ਜੇ ਮੈਂ ਪੂਰੀਆਂ ਨਾ ਕੀਤੇ ਤਾਂ ਮੇਰੇ ਵੀਰ ਮੈਨੂੰ ਤੁਸੀਂ ਜਦੋਂ ਮਰਜ਼ੀ ਗੱਦੀ ਤੋਂ ਲਾ ਦਿਓ। ਹੁੰਦਾ ਕੀ ਹੈ ਕਿ ਇਹ ਲੋਕ ਉਹ ਗੱਲਾਂ ਤੋਂ ਭੁੱਲੇ ਜਾਂਦੇ ਨੇ ਤੇ ਸਾਡੇ ਵਰਗੇ ਲੋਕ ਆਪਸ 'ਚ ਹੀ ਲੜੀ ਤੁਰੀ ਜਾਂਦੇ ਆ, ਇਹ ਫਿਰ ਜੱਫੀਆਂ ਪਾ ਲੈਂਦੇ ਆ। ਉਹੀ ਤਾਂ ਗੱਲ ਹੈ ਜੀ, ਇਹ ਲੋਕ ਕੀ ਹੈ, ਇਹ ਵੋਟਾਂ ਲੈਣ ਵੇਲੇ ਕੁਝ ਹੋਰ ਹੁੰਦੇ ਆ, ਬਾਅਦ ਵਿੱਚ ਸਾਰਾ ਕੁਝ ਭੁੱਲ ਜਾਂਦੇ ਆ। ਆਪਾਂ ਲੋਕ ਇਹਨਾਂ ਦੇ ਮਗਰ ਲੱਗ ਕੇ ਵੋਟਾਂ ਤਾਂ ਪਾ ਦਿੰਦੇ ਆ, ਪਰ ਜਦੋਂ ਆਪਣਾ ਟਾਈਮ ਆਉਂਦਾ ਕਿਸੇ ਦੇ ਦਰਸ਼ਨ ਨਹੀਂ ਕਰਦੇ। ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ, ਇਹਨੂੰ ਥੋੜ੍ਹਾ ਸੁਧਾਰ ਚਾਹੀਦਾ ਇਹਦੇ ਵਿੱਚ। ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ, ਅਸੀਂ ਇਹਨਾਂ ਦੇ ਮਗਰ ਲੱਗ ਜਾਂਦੇ ਆ ਤੇ ਫਿਰ ਵੀ ਤੁਸੀਂ ਦੇਖੋ ਹੁਣ ਤੱਕ ਅਸੀਂ ਮੈਨੂੰ ਲੱਗਦਾ ਕਿੰਨੇ ਜਣੇ ਬੈਠੇ, 7-8 ਜਣੇ ਬੈਠੇ ਆ, ਹੋਰ ਵੀ ਸੱਜਣ ਇੱਥੇ ਬੜੇ ਬੈਠੇ ਨੇ। ਤੁਸੀਂ ਕਿਸੇ ਨਾਲ ਵੀ ਗੱਲ ਕਰੋਗੇ ਤਾਂ ਹਰੇਕ ਬੰਦੇ ਨੇ ਕੀ ਕਹਿਣਾ ਵੀ ਇਹ ਸਾਨੂੰ ਬੇਵਕੂਫ ਬਣਾਉਂਦੇ ਨੇ, ਅਸੀਂ ਇਹਨਾਂ ਦੇ ਮਗਰ ਲੱਗ ਜਾਂਦੇ ਆ, ਇਹ ਸਾਡੇ ਨਾਲ ਵਿਸ਼ਵਾਸਘਾਤ ਕਰਦੇ ਨੇ, ਇਹ ਐਦਾਂ ਕਰਦੇ ਨੇ, ਇਹ ਉੱਦਾਂ ਕਰਦੇ ਆ। ਸਾਰੇ ਅਵੇਅਰ ਆ, ਸਾਰੇ ਜਣੇ ਪੜ੍ਹੇ ਲਿਖੇ ਆ। ਜਸ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਸਾਨੂੰ ਪਤਾ ਵੀ ਯਾਰ ਇਹ ਸਾਡੇ ਨਾਲ ਧੱਕਾ ਕਰਦੇ ਆ, ਇਹ ਸਾਰੇ ਜਣੇ ਸਾਡੇ ਨਾਲ ਬਲਫਬਾਜ਼ੀ ਕਰਦੇ ਆ, ਇਹ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਪੌੜੀ ਚੜਾ ਦਰਖਤ ਉਹਦੇ ਕੀ ਕਹਿੰਦੇ ਕੋਠੇ ਤੇ ਚੜਾ ਕੇ ਪੌੜੀ ਖਿੱਚ ਲੈਂਦੇ ਨੇ, ਫਿਰ ਵੀ ਅਸੀਂ ਇਹਨਾਂ ਲੋਕਾਂ ਦੇ ਮਗਰ ਫਿਰ ਤੁਰੇ ਫਿਰਦੇ ਰਹਿੰਦੇ ਹਾਂ। ਦੇਖੋ ਤੁਸੀਂ ਤਰਾਸਦੀ, ਕਿਉਂਕਿ ਸਰ ਅਸੀਂ ਬਹੁਤ ਸਿਆਣੇ ਹਾਂ, ਅਸੀਂ ਆਪਦੇ ਆਪ ਨੂੰ ਬਹੁਤ ਸਿਆਣੇ ਮੰਨਦੇ ਹਾਂ, ਇਸ ਕਰਕੇ ਆਪਾਂ ਨੂੰ ਇਹ ਪੋਜੀਸ਼ਨ ਦੇਖਣੀ ਪੈਂਦੀ ਹੈ। ਮੈਂ ਗੁਰਵਿੰਦਰ ਬਾਈ ਦੀ ਗੱਲ ਤੋਂ ਬਹੁਤ ਜ਼ਿਆਦਾ ਸਹਿਮਤ ਹਾਂ। ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਭ ਤੋਂ ਜ਼ਰੂਰੀ ਹੈ। ਟਾਈਮ ਚੇਂਜ ਲੈ ਕੇ ਆਉਂਦਾ ਹੈ। ਇੱਕ ਪਹਿਲਾਂ ਟਾਈਮ ਸੀ ਜਦੋਂ ਲੋਕਾਂ ਕੋਲੇ ਫੋਨ ਨਹੀਂ ਹੁੰਦੇ ਸੀ, ਪੇਜਰ ਆਏ, ਫਿਰ ਕੀਬੋਰਡ ਵਾਲੇ ਫੋਨ ਆਏ, ਅੱਜ ਕੱਲ੍ਹ ਸਮਾਰਟਫੋਨ ਹੈ। ਆਪਾਂ ਸਮਾਰਟਫੋਨ ਵਾਂਗ ਆਪਣੀ ਐਜੂਕੇਸ਼ਨ ਤਾਂ ਨਹੀਂ ਵਧਾਈ। ਇੱਥੇ ਫੈਕਟਰੀਆਂ ਲੱਗੀਆਂ, LLB, BCom, BA, MBA, ਜਿਹੜੀ ਮਰਜ਼ੀ ਦੀ ਫੀਸ ਭਰੋ, 2-3 ਸਾਲਾਂ ਬਾਅਦ ਸਰਟੀਫਿਕੇਟ ਲਓ। ਉਹ ਬੱਚੇ ਨੇ ਕੀ ਕੁਆਲੀਫਿਕੇਸ਼ਨ ਲਈ?
ਮੈਂ ਇੱਕ ਦਿੱਲੀ ਵਿੱਚ ਕੰਪਨੀ ਵਿੱਚ, ਮੈਂ ਚਲੋ ਕੰਪਨੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬਟ ਮੈਂ ਉੱਥੇ ਇੱਕ ਲਿਸਟ ਲੱਗੀ ਦੇਖੀ ਜਿੱਥੇ ਪੰਜਾਬ ਦੀਆਂ 8 ਯੂਨੀਵਰਸਿਟੀਆਂ ਦੇ ਨਾਂ ਲਿਖੇ ਸੀ ਕਿ ਇਸ ਯੂਨੀਵਰਸਿਟੀ ਦੇ ਬੱਚੇ ਆਉਣ ਤਾਂ ਬਾਹਰ। ਆ ਆਪਣੇ ਐਜੂਕੇਸ਼ਨ ਸੈਕਟਰ ਦਾ ਹਾਲ ਹੈ। ਫਿਰ ਆਪਾਂ ਆਪੇ ਬੇਵਕੂਫ ਹੈ। ਆਪਾਂ ਜਦੋਂ ਸਾਨੂੰ ਪਤਾ ਨਹੀਂ ਕਿ ਜਿਹੜਾ ਉਮੀਦਵਾਰ ਖੜਾ ਹੋ ਰਿਹਾ ਹੈ, ਮੈਂ ਸਿੱਖਿਆ ਮੰਤਰੀ ਦੀ ਜੇ ਗੱਲ ਕਰਾਂ ਤਾਂ 3-4 ਆਪਣੇ ਸਿੱਖਿਆ ਮੰਤਰੀ ਅੰਗੂਠਾ ਛਾਪ ਵੀ ਹੋ ਚੁੱਕੇ ਨੇ, ਤੇ ਉਹ ਸਾਨੂੰ ਕੀ ਐਜੂਕੇਸ਼ਨ ਦੇਣਗੇ? ਸਿਹਤ ਵਿਭਾਗ ਵਾਲੇ ਪਾਸੇ ਵੀ ਇਹੀ ਕੁਛ ਹੈ। ਜਦੋਂ ਤੱਕ ਇੱਕ ਬੰਦਾ ਆਪਣੇ ਆਪ ਨੂੰ ਨਹੀਂ ਜਗਾਊਗਾ, ਇਹ ਸਿਸਟਮ ਨਹੀਂ ਬਦਲ ਸਕਦਾ ਜੀ। ਆਪਾਂ ਇਹਦੇ ਵਿੱਚ ਜਿੰਨਾ ਮਰਜ਼ੀ ਜ਼ੋਰ ਲਾਈ ਚੱਲੀਏ, ਜਿੰਨੀਆਂ ਮਰਜ਼ੀ ਗੱਲਾਂ ਕਰੀ ਚੱਲੀਏ, ਲੋੜ ਹੈ ਆਪਣੇ ਆਪ ਨੂੰ ਜਾਗਰੂਕ ਕਰਨ ਦੀ। ਇਹੀ ਤਾਂ ਪੰਗਾ, ਇਹੀ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਸਾਰੇ ਜਣੇ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ, ਮੈਨੂੰ ਲੱਗਦਾ ਵੀ ਅਸੀਂ ਜੇ ਜਿੱਦਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ, ਅਸੀਂ ਰੱਬ ਨੂੰ ਥੱਲੇ ਲਾ ਲਈਏ। ਪਰ ਜਦੋਂ ਕਿਤੇ ਨਾ ਕਿਤੇ ਆਪਣੇ ਮਫਾਦ ਦੀ ਗੱਲ ਆਉਂਦੀ, ਆਪਣੇ ਫਾਇਦੇ ਦੀ ਗੱਲ ਹੁੰਦੀ ਆ, ਉੱਥੇ ਅਸੀਂ ਸਾਰੇ ਸੈਲਫਿਸ਼ ਹੋ ਜਾਂਦੇ ਆ। ਉੱਥੇ ਸਾਨੂੰ ਉਹੀ ਗੱਲ ਹੁੰਦੀ ਵੀ ਛੱਡ ਯਾਰ, ਆਪਾਂ ਕੀ ਲੈਣਾ। ਤੇ ਇਹ ਲੋਕ ਇਹਨਾਂ ਗੱਲਾਂ ਦਾ ਫਾਇਦਾ ਉਠਾ ਦਿੰਦੇ ਆ। ਅਸੀਂ ਕਿਉਂ ਨਹੀਂ ਇਕਜੁੱਟ ਹੋ ਕੇ ਇਹ ਸੋਚਦੇ ਕਿ ਅਸੀਂ ਸਾਰਿਆਂ ਨੇ ਰਲ ਮਿਲ ਕੇ ਅਸੀਂ ਇਹ ਜਿਹੜੀ ਹੈ ਨਾ ਅਲਖ ਇੱਕ ਇਸ ਤਰ੍ਹਾਂ ਦੀ ਜਗਾਣੀ ਹੈ ਜਿਹੜੀ ਸਾਰਿਆਂ ਨੂੰ ਰੌਸ਼ਨੀ ਦੇਵੇ। ਇਹ ਨਾ ਹੋਵੇ ਕਿ ਅਸੀਂ ਗੱਲਾਂ ਤਾਂ ਜ਼ਰੂਰ ਕਰੀਏ, ਜਿਵੇਂ ਦੀਵਾ ਹੁੰਦਾ ਬ੍ਰਦਰ, ਦੀਵੇ ਦੀ ਲੋ ਹੁੰਦੀ ਹੈ ਤੇ ਦੀਵੇ ਦੀ ਲੋ ਦੀਵੇ ਦੇ ਥੱਲੇ ਹਨੇਰਾ ਹੁੰਦਾ। ਇਹ ਬਹੁਤ ਵੱਡੀ ਤਰਾਸਦੀ ਜਾਂਦੇ ਜਾਂਦੇ ਘੱਟ ਸ਼ਬਦਾਂ ਦੇ ਵਿੱਚ। ਬਿਲਕੁਲ ਤੁਹਾਡੀ ਗੱਲ ਸੱਚ ਹੈ, ਦੀਵੇ ਥੱਲੇ ਅੰਧੇਰਾ ਹੈਗਾ ਤੇ ਕਸੂਰ ਇਹਨਾਂ ਲੀਡਰਾਂ ਦਾ ਨਹੀਂ ਹੈ, ਕਸੂਰ ਸਾਡਾ ਆਪਣਾ ਹੈਗਾ। ਕਿਉਂਕਿ ਸਾਨੂੰ ਪਤਾ ਆ ਕਿਸੇ ਦਾ ਧਰਮ ਕੋਈ ਹੋ ਸਕਦਾ, ਜਾਤੀ ਕੋਈ ਹੋ ਸਕਦੀ ਹੈ, ਏਰੀਆ ਹੋ ਸਕਦਾ। ਲੇਕਿਨ ਤੁਸੀਂ ਮੈਨੂੰ ਦੱਸੋ, ਕੀ ਹਰ ਇੱਕ ਬੰਦੇ ਨੂੰ ਐਜੂਕੇਸ਼ਨ ਨਹੀਂ ਚਾਹੀਦੀ? ਕੀ ਹਰ ਇੱਕ ਬੰਦੇ ਨੂੰ ਅੱਛੀਆਂ ਸਿਹਤ ਸਹੂਲਤਾਂ ਨਹੀਂ ਚਾਹੀਦੀਆਂ? ਕੀ ਸਾਨੂੰ ਹਰ ਇੱਕ ਬੰਦੇ ਨੂੰ ਚੰਗਾ ਇਨਵਾਇਰਨਮੈਂਟ ਨਹੀਂ ਚਾਹੀਦਾ ਜਾਂ ਬਿਜਲੀ ਨਹੀਂ ਚਾਹੀਦੀ? ਅਸੀਂ ਜਿਹੜੇ ਬੇਸਿਕ ਮੁੱਦੇ ਆ ਉਹਨਾਂ ਨੂੰ ਛੱਡ ਕੇ ਜਦੋਂ ਧਰਮ ਦੇ ਪਿੱਛੇ ਭੱਜਾਂਗੇ, ਜਾਤ ਦੇ ਪਿੱਛੇ ਭੱਜਾਂਗੇ, ਇਮੋਸ਼ਨਲ ਮੁੱਦਿਆਂ ਦੇ ਪਿੱਛੇ ਭੱਜਾਂਗੇ, ਉਦੋਂ ਸਾਡੇ ਨਾਲ ਇਦਾਂ ਹੀ ਹੋਣਾ। ਤੇ ਹੁਣ ਤਾਂ ਮੈਂ ਇਹੀ ਕਹਿ ਸਕਦਾ ਕਿ ਪੰਜਾਬ ਨੇ ਬੜੇ ਚਾਅ ਦੇ ਨਾਲ ਇਹ ਸਰਕਾਰ ਬਣਾਈ ਸੀ, ਕਿਉਂਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਸ਼ਾਇਦ ਜਦੋਂ ਬੰਦਾ ਪੰਜਾਬੀ ਅਸੀਂ ਗੁਟਕਾ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਬਹੁਤ ਆਸਥਾ ਹੈਗੀ ਹੈ। ਜਦੋਂ ਬੰਦਾ ਗੁਟਕਾ ਸਾਹਿਬ ਦੀ ਜਾਂ ਗ੍ਰੰਥ ਸਾਹਿਬ ਦੀ ਸਹੁੰ ਚੁੱਕਦਾ ਨਾ, ਤਾਂ ਉਦੋਂ ਸਾਨੂੰ ਲੱਗਦਾ ਕਿ ਬੰਦਾ ਸੱਚ ਬੋਲ ਰਿਹਾ ਹੁੰਦਾ। ਪਰ ਇਹਨਾਂ ਰਾਜਨੀਤਿਕ ਲੋਕਾਂ ਵਾਸਤੇ ਸਹੁੰ ਕੋਈ ਮਾਇਨੇ ਨਹੀਂ ਰੱਖਦੀ। ਆਖਰ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਾਂਗਾ, ਜੇ ਅੱਜ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਸਿਰਫ ਅਤੇ ਸਿਰਫ ਕੈਪਟਨ ਅਮਰਿੰਦਰ ਬਚਾ ਸਕਦੇ ਆ ਆਪਦਾ ਅਸਤੀਫਾ ਦੇ ਕੇ। ਇਹ ਪਤਾ ਕੀ ਗੱਲ ਕਰਤੀ ਤੁਸੀਂ? ਸ਼ੋਲੇ ਫਿਲਮ ਆਈ ਸੀ, ਸ਼ੋਲੇ ਫਿਲਮ ਦੇ ਵਿੱਚ ਗੱਬਰ ਸਿੰਘ ਦਾ ਇੱਕ ਡਾਇਲੌਗ ਸੀ, ਕਹਿੰਦਾ रामगढ़ के निवासियों, इस रामगढ़ में तुम्हें अगर कोई बचा सकता है गब्बर से तो वो है खुद गब्बर। वो हालात है, ठीक है। सानू ये जिहड़ा एजुकेशन दी इन्हां ने सारिਆਂ ने जिहड़ी गल कीती है, ਜਦੋਂ ਵੀ ਕੋਈ ਬੰਦਾ ਐਜੂਕੇਟ ਹੋ ਜਾਂਦਾ ਨਾ, ਉਦੋਂ ਫਿਰ ਉਹਨੂੰ ਸਮਝ ਆ ਜਾਂਦੀ ਹੈ ਵੀ ਯਾਰ ਸਾਡੇ ਨਾਲ ਕੀ ਹੋ ਰਿਹਾ। ਤੇ ਇਹ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਅਸੀਂ ਐਜੂਕੇਟ ਕਰੀਏ ਕਿਸੇ ਵੀ ਮਸਲੇ ਦੇ ਵਿੱਚ, ਤਾਂ ਜੋ ਇਹ ਪੜ੍ਹੇ ਲਿਖੇ ਹੋ ਜਾਣ, ਇਹਨਾਂ ਨੂੰ ਗਿਆਨ ਹੋ ਜੇ ਤੇ ਇਹ ਆਪਣੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰ ਦੇਣ। ਪਰ ਅਸੀਂ ਰੋਜ਼ ਇੱਥੇ ਬੈਠਦੇ ਹਾਂ, ਅਸੀਂ ਦਾਦੀ ਪੋਤੀ ਪਾਰਕ ਬੈਠਦੇ ਹਾਂ, ਸਾਰਿਆਂ ਦੇ ਵਿਚਾਰ ਹੁੰਦੇ ਨੇ, ਉਹ ਜਿਹੜੇ ਨੇ ਕੋਸ਼ਿਸ਼ ਕਰੀਦੀ ਹੈ ਵੀ ਤੁਹਾਡੇ ਤੱਕ ਪਹੁੰਚਾਈਏ, ਕਿਉਂਕਿ ਹਰ ਇਨਸਾਨ ਦਾ ਆਪਣੀ ਸੋਚ, ਆਪਣਾ ਇੱਕ ਐਕਸਪੀਰੀਅੰਸ ਜੋ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੁੰਦਾ। ਸੱਥ ਦੇ ਵਿੱਚ ਆਏ ਸਾਰੇ ਸਾਥੀਆਂ ਦਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਜੇ ਆਪਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਸਕਦਾ ਹੈ, ਤੇ ਛੋਟੇ ਬੰਦੇ ਨੂੰ ਕਹਿਣ ਦਾ ਕੀ? ਉਹ ਆਪ ਕੁਰਸੀਆਂ ਡਾਹ ਕੇ ਫਿਰ ਅਸੀਂ ਸਾਡੇ ਭੇਡ ਚੱਲ ਪਈ, ਅਗਲੀਆਂ ਕੁਰਸੀਆਂ ਤੇ ਮੈਂ ਬਹਿਣਾ।